ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ 'ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਹਰ ਤਰ੍ਹਾਂ ਦੇ ਟੈਸਟਾਂ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬਹੁਤ ਹੀ ਮਹੱਤਵਪੂਰਨ 30 ਪ੍ਰਸ਼ਨ ਜੋ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਆਉਂਦੇ ਹਨ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਹੂਣ ਕੌਣ ਸਨ? ਮੱਧ ਏਸ਼ੀਆ ਦੀ ਜ਼ਾਲਮ ਜਾਤੀ, ਦੱਖਣੀ ਭਾਰਤ ਦੀ ਜ਼ਾਲਮ ਜਾਤੀ, ਉੱਤਰੀ ਭਾਰਤ ਦੀ ਜ਼ਾਲਮ ਜਾਤੀ, ਚੀਨ ਦੀ ਜ਼ਾਲਮ ਜਾਤੀ। ਸੋ ਕੌਣ ਸੀ ਜੀ ਹੂਣ? ਰਾਈਟ ਆਨਸਰ ਆਏਗਾ ਮੱਧ ਏਸ਼ੀਆ ਦੀ ਲੜਾਕੂ ਜਾਤੀ। ਜੋ ਹੂਣ ਸੀ ਉਹ ਮੱਧ ਏਸ਼ੀਆ ਦੀ ਇੱਕ ਲੜਾਕੂ ਜਾਤੀ ਸੀ। ਹੂਣਾਂ ਨੇ 455 ਦੇ ਵਿੱਚ ਭਾਰਤ 'ਤੇ ਪਹਿਲੀ ਵਾਰ ਹਮਲਾ ਕੀਤਾ ਸੀ। ਕਦੋਂ ਕੀਤਾ ਸੀ ਜੀ? 455 ਇਸ ਦੇ ਵਿੱਚ ਭਾਰਤ 'ਤੇ ਪਹਿਲੀ ਵਾਰ ਹਮਲਾ ਕੀਤਾ ਸੀ। ਗੁਪਤ ਸ਼ਾਸਕ ਸਕੰਦਗੁਪਤ ਨੇ ਹੂਣਾਂ ਦੇ ਹਮਲੇ ਦੀ ਜੋ ਟੱਕਰ ਦਿੱਤੀ ਸੀ, ਹੂਣਾਂ ਨੂੰ ਹਰਾਇਆ ਸੀ। ਅਤੇ ਅੰਤ ਦੇ ਵਿੱਚ ਹੂਣ ਸ਼ਾਸਕ ਤੋਰਾਮਾਨ ਨੇ ਪੰਜਾਬ, ਰਾਜਪੂਤਾਨਾ, ਸਿੰਧ ਅਤੇ ਮਾਲਵੇ 'ਤੇ ਕਬਜ਼ਾ ਕਰਕੇ ਭਾਰਤ ਵਿੱਚ ਹੂਣਾਂ ਦਾ ਰਾਜ ਸਥਾਪਿਤ ਕੀਤਾ ਸੀ। ਸੋ ਇਸ ਦਾ ਰਾਈਟ ਆਨਸਰ ਹੈ ਜੀ ਮੱਧ ਏਸ਼ੀਆ ਦੀ ਲੜਾਕੂ ਜਾਤੀ ਸੀ ਹੂਣ। ਸਭ ਤੋਂ ਪਹਿਲਾਂ ਹਮਲਾ ਕੀਤਾ ਸੀ 455 ਦੇ ਵਿੱਚ। ਸੋ ਅੱਗੇ ਕਰਦੇ ਹਾਂ ਜੀ। ਪ੍ਰਤਿਹਾਰ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਪ੍ਰਤਿਹਾਰ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਜੀ? ਮਿਹਰਭੋਜ, ਸੀਜੁਕ, ਨਾਗਭਟ ਪਹਿਲਾ, ਕ੍ਰਿਸ਼ਨ ਰਾਜ। ਸੋ ਕਿਸ ਨੇ ਕੀਤੀ ਸੀ ਜੀ? ਨਾਗਭਟ ਪਹਿਲਾ ਨੇ। ਪ੍ਰਤਿਹਾਰ ਵੰਸ਼ ਦੀ ਸਥਾਪਨਾ 725 ਈਸਵੀ ਦੇ ਵਿੱਚ ਅਵੰਤੀ ਵਿਖੇ ਕੀਤੀ ਸੀ ਨਾਗਭਟ ਪਹਿਲਾ ਨੇ। ਕਿੱਥੇ ਕੀਤੀ ਗਈ ਸੀ? ਅਵੰਤੀ ਵਿਖੇ। ਕੀਤੀ ਕਿਸ ਨੇ ਸੀ? ਨਾਗਭਟ ਪਹਿਲਾ ਨੇ। ਕਦੋਂ ਕੀਤੀ ਸੀ? 725 ਦੇ ਵਿੱਚ। ਮਿਹਰਭੋਜ ਇਸ ਵੰਸ਼ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸਮਰਾਟ ਹੋਇਆ ਸੀ। ਮਿਹਰਭੋਜ ਕਈ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ। ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸਮਰਾਟ ਕੌਣ ਸੀ? ਮਿਹਰਭੋਜ। ਜੋ ਪ੍ਰਤਿਹਾਰ ਸੀ ਉਹ ਰਾਜਸਥਾਨ ਦੀ ਗੁਰਜਰ ਜਾਤੀ ਦੇ ਨਾਲ ਸੰਬੰਧਿਤ ਸੀ, ਜੋ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈ, ਜਿਸ ਕਰਕੇ ਪ੍ਰਤਿਹਾਰ ਵੰਸ਼ ਨੂੰ ਗੁਰਜਰ ਪ੍ਰਤਿਹਾਰ ਵੀ ਕਿਹਾ ਜਾਂਦਾ। ਕ੍ਰਿਸ਼ਨ ਰਾਜ ਸੀ ਜੋ ਪ੍ਰਤਿਹਾਰ ਵੰਸ਼ ਦਾ ਰਾਜਾ, ਉਸਨੇ ਪਰਮਾਰ ਵੰਸ਼ ਦੀ ਸਥਾਪਨਾ ਕੀਤੀ ਸੀ। ਪਰਮਾਰ ਵੰਸ਼ ਦੀ ਸਥਾਪਨਾ ਕੀਤੀ ਸੀ ਕ੍ਰਿਸ਼ਨ ਰਾਜ ਨੇ। ਪਰ ਜੋ ਅਸਲੀ ਸੰਸਥਾਪਕ ਆ ਉਹ ਕਿਸ ਨੂੰ ਮੰਨਿਆ ਜਾਂਦਾ? ਸੀਜੁਕ ਨੂੰ। ਸੋ ਅੱਗੇ ਕਰਾਂਗੇ ਜੀ। ਬਿਲਹਨ ਕਿਸ ਦੇ ਦਰਬਾਰ ਵਿੱਚ ਸੀ? ਜੋ ਬਿਲਹਨ ਸੀ ਉਹ ਕਿਸ ਦੇ ਦਰਬਾਰ ਵਿੱਚ ਸੀ? ਮਹਿੰਦਰ ਬਰਮਨ, ਵਿਕਰਮਾਦਿੱਤਿਆ ਸੇਮਾ, ਬਾਣਭੱਟ, ਸ਼ੀਲਭੱਦਰ। ਕਮੈਂਟਸ ਦੇ ਵਿੱਚ ਜ਼ਰੂਰ ਰਿਪਲਾਈ ਕਰਨਾ ਜੀ। ਬਿਲਹਨ ਕੌਣ ਸੀ? ਇਸ ਦਾ ਰਾਈਟ ਹੈ ਜੀ ਵਿਕਰਮਾਦਿੱਤਿਆ ਸੇਮਾ ਦੇ ਦਰਬਾਰ ਵਿੱਚ ਸੀਗਾ ਬਿਲਹਨ। ਇਸ ਨੇ ਵਿਕਰਮਦੇਵ ਚਰਿਤ ਵਿੱਚ ਵਿਕਰਮਾਦਿੱਤਿਆ ਸੇਮੇ ਦੇ ਜੀਵਨ ਦਾ ਵਰਣਨ ਕੀਤਾ। ਸ਼ੀਲਭੱਦਰ ਨਾਲੰਦਾ ਯੂਨੀਵਰਸਿਟੀ 'ਚ ਉਪ ਕੁਲਪਤੀ ਸੀ। ਬਾਣਭੱਟ ਹਰਸ਼ਵਰਧਨ ਦੇ ਦਰਬਾਰ ਵਿੱਚ ਹੀ। ਸੋ ਬਿਲਹਨ ਸੀ ਵਿਕਰਮਾਦਿੱਤਿਆ ਸੇਮੇ ਦੇ ਦਰਬਾਰ ਵਿੱਚ। ਨਾਇਨਾਰ ਭਗਤਾਂ ਦਾ ਸੰਬੰਧ ਕਿਸ ਮੱਤ ਨਾਲ ਹੈ? ਕਿਸ ਮੱਤ ਨਾਲ ਹੈ ਜੀ? ਸ਼ੈਵ ਮੱਤ ਨਾਲ, ਵੈਸ਼ਨਵ ਮੱਤ ਨਾਲ, ਸੂਫੀ ਮੱਤ ਨਾਲ, ਬੁੱਧ ਮੱਤ ਨਾਲ। ਸੋ ਰਾਈਟ ਆਨਸਰ ਹੈ ਜੀ ਸ਼ੈਵ ਮੱਤ ਨਾਲ। ਹਰਸ਼ਵਰਧਨ ਦੇ ਕਾਲ 'ਚ ਦੱਖਣ ਵਿੱਚ ਨਾਇਨਾਰ ਤੇ ਅਲਵਰ ਭਗਤਾਂ ਨੇ ਭਗਤੀ ਪ੍ਰਥਾ ਦਾ ਆਰੰਭ ਕੀਤਾ ਸੀ। ਅਲਵਰ ਭਗਤਾਂ ਦਾ ਸੰਬੰਧ ਵੈਸ਼ਨਵ ਮੱਤ ਨਾਲ ਸੀ। ਇਹ ਸਾਰੇ ਆਪਣੇ ਦੇਵਤਿਆਂ ਦੀ ਭਗਤੀ ਭਜਨਾਂ ਰਾਹੀਂ ਹੀ ਕਰਦੇ ਸੀ। ਕਿਹਨਾਂ ਰਾਹੀਂ ਕਰਦੇ ਸੀ? ਭਗਤੀ ਭਜਨਾਂ ਰਾਹੀਂ ਭਗਤੀ ਕਰਦੇ ਸੀ। ਇਹ ਭਜਨ ਲੋਕਾਂ ਦੀ ਆਮ ਭਾਸ਼ਾ ਤਾਮਿਲ ਦੇ ਵਿੱਚ ਲਿਖੇ ਗਏ ਸੀ। ਸੋ ਨਾਇਨਾਰ ਭਗਤਾਂ ਦਾ ਸੰਬੰਧ ਸ਼ੈਵ ਮੱਤ ਨਾਲ ਹੈ ਜੀ, ਅਤੇ ਅਲਵਰ ਭਗਤਾਂ ਦਾ ਸੰਬੰਧ ਆ ਉਹ ਵੈਸ਼ਨਵ ਮੱਤ ਨਾਲ ਹੈ। ਸੋ ਅੱਗੇ ਕਰਾਂਗੇ ਜੀ। ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਤਰਾਇਨ ਦੀਆਂ ਦੋ ਲੜਾਈਆਂ ਹੋਈਆਂ ਨੇ ਜੀ।
पहली लड़ाई कदों हुई सी? राइट आंसर आएगा जी 1191 ਦੇ ਵਿੱਚ। किस किस ਦੇ ਵਿਚਕਾਰ ਹੋਈ ਸੀ? ਮੁਹੰਮਦ ਗੌਰੀ ਤੇ ਪ੍ਰਿਥਵੀ ਰਾਜ ਪਹਿਲੇ ਦੇ ਵਿਚਕਾਰ ਹੋਈ ਸੀ। ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਦੀ ਜਿੱਤ ਹੋਈ ਸੀ ਤੇ ਮੁਹੰਮਦ ਗੌਰੀ ਦੀ ਹਾਰ ਹੋਈ ਸੀ। ਤੇ ਜੋ ਦੂਸਰੀ ਲੜਾਈ ਹੋਈ ਸੀ ਪਾਣੀਪੱਤੀ, ਉਸ ਦੇ ਵਿੱਚ ਪ੍ਰਿਥਵੀ ਰਾਜ ਹਾਰ ਗਿਆ ਸੀ ਤੇ ਮੁਹੰਮਦ ਗੌਰੀ ਦੀ ਜਿੱਤ ਹੋਈ ਸੀ। ਯਾਦ ਰੱਖਿਓ ਜੀ, ਤਰਾਇਨ ਦੀਆਂ ਦੋ ਲੜਾਈਆਂ ਹੋਈਆਂ। ਪਹਿਲੀ ਦੇ ਵਿੱਚ ਮੁਹੰਮਦ ਗੌਰੀ ਦੀ ਹਾਰ ਹੋਈ ਸੀ ਤੇ ਦੂਸਰੀ ਦੇ ਵਿੱਚ ਜਿੱਤ ਹੋਈ ਸੀ। ਨੈਕਸਟ ਕਰਾਂਗੇ ਜੀ, ਅਮੋਘ ਵਰਸ਼ ਪਹਿਲਾ ਕਿਸ ਦਾ ਪੁੱਤਰ ਸੀ? ਦੰਤੀ ਦੁਰਗ, ਧਰੁਵ, ਗੋਬਿੰਦ ਤੀਜਾ, ਗੋਬਿੰਦ ਦੂਜਾ। ਸੋ ਅਮੋਘ ਵਰਸ਼ ਕਿਸ ਦਾ ਪੁੱਤਰ ਸੀ? ਗੋਬਿੰਦ ਤੀਜਾ ਦਾ। ਗੋਬਿੰਦ ਤੀਜਾ ਦਾ ਪੁੱਤਰ ਸੀ ਜੋ 814 ਈਸਵੀ ਵਿੱਚ ਗੋਬਿੰਦ ਤੀਜਾ ਦੀ ਮੌਤ ਮਗਰੋਂ ਅਮੋਘ ਵਰਸ਼ ਪਹਿਲਾ ਰਾਜਗੱਦੀ 'ਤੇ ਬੈਠਿਆ ਸੀ। ਅਮੋਘ ਵਰਸ਼ ਪਹਿਲਾ ਨੇ ਕੰਨੜ ਭਾਸ਼ਾ ਵਿੱਚ ਕਵਿਰਾਜ ਮਾਰਗ ਗ੍ਰੰਥ ਦੀ ਰਚਨਾ ਕੀਤੀ। ਕਿਸ ਦੀ ਕੀਤੀ ਸੀ ਜੀ? ਕਵਿਰਾਜ ਮਾਰਗ ਦੀ ਰਚਨਾ ਕੀਤੀ ਸੀ ਅਮੋਘ ਵਰਸ਼ ਪਹਿਲਾ ਨੇ ਕੰਨੜ ਭਾਸ਼ਾ ਦੇ ਵਿੱਚ। ਅਮੋਘ ਵਰਸ਼ ਨੇ ਮੰਨਿਆਖੇਦ ਜਾਂ ਮਾਲਖੇਦ ਨਾਂ ਦੇ ਸ਼ਹਿਰ ਦਾ ਨਿਰਮਾਣ ਕਰਾਇਆ ਸੀ ਤੇ ਰਾਸ਼ਟਰਕੂਟਾਂ ਨੇ ਇਸ ਨੂੰ ਬਾਅਦ ਵਿੱਚ ਆਪਣੀ ਰਾਜਧਾਨੀ ਵੀ ਬਣਾਇਆ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਅਧਿਆਪਕ ਸਾਥੀ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800। ਨੈਕਸਟ ਕਰਾਂਗੇ ਜੀ, ਮੁਹੰਮਦ ਗੌਰੀ ਨੇ ਗੁਜਰਾਤ ਉੱਪਰ ਹਮਲਾ ਕਦੋਂ ਕੀਤਾ? 1178, 1186, 1175, 1195। ਮੁਹੰਮਦ ਗੌਰੀ ਨੇ ਗੁਜਰਾਤ ਉੱਤੇ ਹਮਲਾ ਕਦੋਂ ਕੀਤਾ ਸੀ ਜੀ? ਕਮੈਂਟਸ ਦੇ ਵਿੱਚ ਜ਼ਰੂਰ ਰਿਪਲਾਈ ਕਰਨਾ। ਸੋ ਰਾਈਟ ਆਨਸਰ ਆਪਣਾ ਆਉਣਾ 1178 ਈਸਵੀ ਦੇ ਵਿੱਚ ਮੁਹੰਮਦ ਗੌਰੀ ਨੇ ਗੁਜਰਾਤ 'ਤੇ ਹਮਲਾ ਕੀਤਾ। ਉਸ ਸਮੇਂ ਗੁਜਰਾਤ ਉੱਪਰ ਭੀਮਦੇਵ ਦੂਜਾ ਦਾ ਰਾਜ ਸੀ ਗੁਜਰਾਤ ਦੇ ਉੱਪਰ। ਗੁਜਰਾਤ ਸੀ ਜੋ ਭੂਗੋਲਿਕ ਅਤੇ ਵਪਾਰਕ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਸੀ, ਜਿਸ ਕਰਕੇ ਗੌਰੀ ਗੁਜਰਾਤ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਇਸ ਕਰਕੇ ਉਸਨੇ 1178 ਦੇ ਵਿੱਚ ਗੁਜਰਾਤ 'ਤੇ ਹਮਲਾ ਕੀਤਾ। 1191 ਅਤੇ 92 ਦੇ ਵਿੱਚ ਤਰਾਇਨ ਦੀ ਲੜਾਈ ਹੋਈ ਸੀ ਜੋ ਕਿ ਮੁਹੰਮਦ ਗੌਰੀ ਦੇ ਨਾਲ ਸੰਬੰਧਿਤ ਹੈ। ਅੱਗੇ ਕਰਾਂਗੇ ਜੀ, ਤੁਗਲਕ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਗਿਆਸੁਦੀਨ ਤੁਗਲਕ, ਜ਼ਿਆਉਦੀਨ ਵਰਨੀ। ਤੁਗਲਕ ਵੰਸ਼ ਦਿੱਲੀ ਸਲਤਨਤ ਦਾ ਬਹੁਤ ਹੀ ਮਹੱਤਵਪੂਰਨ ਵੰਸ਼ ਹੈ। ਸੋ ਇਸ ਦੀ ਸਥਾਪਨਾ ਕੀਤੀ ਸੀ ਗਿਆਸੁਦੀਨ ਤੁਗਲਕ ਨੇ। ਕਿਸ ਨੇ ਕੀਤੀ ਸੀ ਜੀ? ਗਿਆਸੁਦੀਨ ਤੁਗਲਕ ਨੇ 1320 ਦੇ ਵਿੱਚ। ਉਸ ਦਾ ਜੋ ਮੁੱਢਲਾ ਨਾਮ ਸੀ ਉਹ ਸੀ ਗਾਜੀ ਮਲਿਕ। ਗਿਆਸੁਦੀਨ ਤੁਗਲਕ ਦਾ ਮੁੱਢਲਾ ਨਾਮ ਗਾਜੀ ਮਲਿਕ ਸੀ। ਗਿਆਸੁਦੀਨ ਤੁਗਲਕ ਨੇ ਵਾਰੰਗਲ, ਬੰਗਾਲ, ਉੱਤਰੀ ਭਾਰਤ ਅਤੇ ਬਿਹਾਰ ਸਮੁੰਦਰ ਦੇ ਇਲਾਕਿਆਂ ਨੂੰ ਜਿੱਤ ਕੇ ਦਿੱਲੀ ਸਲਤਨਤ ਦਾ ਵਿਸਥਾਰ ਕੀਤਾ ਸੀ। ਸੋ ਤੁਗਲਕ ਵੰਸ਼ ਦਾ ਸਥਾਪਕ ਕੌਣ ਸੀ? ਗਿਆਸੁਦੀਨ ਤੁਗਲਕ। ਸੰਕੇਤਕ ਮੁਦਰਾ ਪ੍ਰਣਾਲੀ ਕਿਸ ਨੇ ਚਲਾਈ ਸੀ? ਗਾਜੀ ਮਲਿਕ, ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੇ ਕੋਈ ਨਹੀਂ। ਸੰਕੇਤਕ ਮੁਦਰਾ ਕਿਸ ਨੇ ਚਲਾਈ ਸੀ ਜੀ? ਇਸ ਦਾ ਰਾਈਟ ਆਨਸਰ ਆਏਗਾ ਮੁਹੰਮਦ ਬਿਨ ਤੁਗਲਕ। ਰਾਈਟ ਆਨਸਰ ਹੈ ਜੀ ਮੁਹੰਮਦ ਬਿਨ ਤੁਗਲਕ, ਜਿਸ ਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ। ਉਸਨੇ ਚਲਾਈ ਸੀ ਸੰਕੇਤਕ ਮੁਦਰਾ। ਇਹ ਚਲਾਈ ਸੀ ਉਸਨੇ 1330 ਤੋਂ 32 ਸਮੇਂ ਦੇ ਦੌਰਾਨ। 1330 ਤੋਂ 1332 ਈਸਵੀ ਦੇ ਵਿਚਕਾਰ ਸ਼ੁਰੂ ਕੀਤੀ ਸੀ। ਉਸ ਸਮੇਂ ਭਾਰਤ ਸਮੇਤ ਸਾਰੀ ਦੁਨੀਆ 'ਚ ਚਾਂਦੀ ਦੀ ਘਾਟ ਸੀ। ਮੁਹੰਮਦ ਬਿਨ ਤੁਗਲਕ ਚੀਨ ਅਤੇ ਈਰਾਨ ਦੁਆਰਾ ਲਿਆਂਦੀ ਗਈ ਸੰਕੇਤਨ ਮੁਦਰਾ ਨੂੰ ਭਾਰਤ ਵਿੱਚ ਲਾਗੂ ਕਰਕੇ ਅਮਰ ਕਰਨਾ ਚਾਹੁੰਦਾ ਸੀ, ਪਰੰਤੂ ਉਸ ਦੀ ਇਹ ਯੋਜਨਾ ਫੇਲ ਹੋਈ ਸੀ। ਨੈਕਸਟ ਕਰਾਂਗੇ ਜੀ, ਦੇਵਰਾਏ ਦੂਜਾ ਸਮੇਂ ਕਿਹੜਾ ਇਟਲੀ ਯਾਤਰੀ ਆਇਆ ਸੀ? ਨਿਕੋਲੋ ਕੋਂਤੀ, ਵੈਂਕਟਰਮ ਪਾਪਾ, ਅਬਦੁਰ ਰਜ਼ਾਕ, ਸੁਬਰਮਨੀਅਨ। ਸੋ ਦੇਵਰਾਏ ਦੂਜਾ ਦੇ ਸਮੇਂ ਭਾਰਤ ਕੌਣ ਆਇਆ ਸੀ ਜੀ? ਰਾਈਟ ਆਨਸਰ ਆਏਗਾ
ਨਿਕੋਲੋ ਕੋਂਤੀ। ਦੇਵਰਾਏ ਦੂਜਾ ਜੋ ਸੰਗਮ ਵੰਸ਼ ਦਾ ਮਹਾਨ ਸਮਰਾਟ ਹੋਇਆ। ਅਬਦੁਰ ਰਜ਼ਾਕ ਈਰਾਨ ਤੋਂ ਇਸ ਦੇ ਰਾਜਕਾਲ ਸਮੇਂ ਆਇਆ ਸੀ। ਦੇਵਰਾਏ ਦੂਜਾ ਨੇ ਆਪਣੇ ਸ਼ਾਸਨ ਕਾਲ ਦੌਰਾਨ ਰਾਏਚੁਰ ਦੁਆਬ 'ਤੇ ਕਬਜ਼ਾ ਕਰ ਲਿਆ ਸੀ। ਅੱਗੇ ਕਰਾਂਗੇ ਜੀ, ਕਿਹੜੇ ਸਮਰਾਟ ਨੇ ਆਪਣੀ ਰਾਜਧਾਨੀ ਹੰਪੀ ਤੋਂ ਬਦਲ ਕੇ ਪੇਨੂਕੋਂਡਾ ਕਰ ਦਿੱਤੀ ਸੀ? ਤਿਰੂਮਲ ਰਾਮਰਾਏ, ਵੈਂਕਟਰਾਏ ਦੂਸਰਾ, ਕ੍ਰਿਸ਼ਨ ਦੇਵ ਰਾਏ। ਸੋ ਰਾਈਟ ਆਣਾ ਜੀ ਤਿਰੂਮਲ ਸੀ ਜਿਸ ਨੇ ਆਪਣੀ ਰਾਜਧਾਨੀ ਹੰਪੀ ਤੋਂ ਬਦਲ ਕੇ ਪੇਨੂਕੋਂਡਾ ਕਰ ਦਿੱਤੀ ਸੀ। ਤਿਰੂਮਲ ਅਰਵਿੰਦੋ ਵੰਸ਼ ਨਾਲ ਸੰਬੰਧਿਤ ਸੀਗਾ। ਉਸ ਨੇ ਇਸ ਵੰਸ਼ ਦੀ ਸਥਾਪਨਾ 1570 ਈਸਵੀ ਦੇ ਵਿੱਚ ਕੀਤੀ ਸੀ। ਰਾਮਰਾਏ ਤਿਰੂਮਲ ਦਾ ਭਰਾ ਸੀ। 1674 ਵਿੱਚ ਇਸ ਵੰਸ਼ ਦੇ ਸ਼ਾਸਕਾਂ ਨੇ ਰਾਜ ਕੀਤਾ ਸੀ। ਸੋ ਅੱਗੇ ਕਰਾਂਗੇ ਜੀ, ਸੰਤ ਕਬੀਰ ਜੀ ਕਿਸ ਲਹਿਰ ਨਾਲ ਸੰਬੰਧਿਤ ਸੀ? ਨਾਮਧਾਰੀ ਲਹਿਰ, ਭਗਤੀ ਲਹਿਰ, ਹਿੰਦੂ ਧਰਮ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਆਏਗਾ ਜੀ ਭਗਤੀ ਲਹਿਰ। ਸੰਤ ਕਬੀਰ ਦਾ ਜਨਮ 1398 ਦੇ ਵਿੱਚ ਬਨਾਰਸ ਦੇ ਵਿੱਚ ਹੋਇਆ ਸੀ। ਸੰਤ ਕਬੀਰ ਨੇ ਰਮਾਇਣੀ ਸ਼ਬਦ ਸਾਖੀ ਸੰਦਾਂ ਵਿੱਚ ਬਹੁਤ ਸੁੰਦਰ ਢੰਗ ਨਾਲ ਭਗਤੀ ਸਾਹਿਤ ਦੀ ਰਚਨਾ ਕੀਤੀ ਸੀ। ਇਹਨਾਂ ਰਚਨਾਵਾਂ ਦੇ ਸੰਕਲਪ ਨੂੰ ਕੀ ਕਿਹਾ ਜਾਂਦਾ ਹੈ? ਵੀਜਿਕ। ਕੀ ਕਿਹਾ ਜਾਂਦਾ ਜੀ? ਵੀਜਿਕ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਸਾਥੀ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800। ਅੱਗੇ ਕਰਾਂਗੇ ਜੀ, ਮਹਾਵੀਰ ਸੁਆਮੀ ਦੀ ਮਾਤਾ ਦਾ ਨਾਮ ਕੀ ਸੀ? ਅਨੋਜਾ, ਤ੍ਰਿਸ਼ਲਾ, ਯਸ਼ੋਦਾ ਤੇ ਮਹਾਮਾਇਆ। ਸੋ ਕੀ ਨਾਮ ਸੀਗਾ ਜੀ? ਰਾਈਟ ਆਨਸਰ ਆਇਆ ਤ੍ਰਿਸ਼ਲਾ। ਮਹਾਵੀਰ ਸੁਆਮੀ ਜੈਨ ਧਰਮ ਦੇ 23ਵੇਂ ਤੀਰਥੰਕਰ ਸੀ। ਯਸ਼ੋਧਰਾ ਉਸ ਦੀ ਪਤਨੀ ਦਾ ਨਾਮ ਸੀ ਤੇ ਪ੍ਰਿਯਦਰਸ਼ਨ ਉਸ ਦੀ ਪੁੱਤਰੀ ਦਾ ਨਾਮ ਸੀ। ਯਾਦ ਰੱਖਿਓ ਜੀ, ਤ੍ਰਿਸ਼ਲਾ ਮਾਤਾ ਦਾ ਨਾਮ, ਯਸ਼ੋਦਾ ਪਤਨੀ ਦਾ ਨਾਮ ਤੇ ਪ੍ਰਿਯਦਰਸ਼ਨੀ ਪੁੱਤਰੀ ਦਾ ਨਾਮ ਸੀ। ਮਹਾਮਾਇਆ ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਸੀ। ਮਹਾਯਾਨ ਸ਼ਾਖਾ ਦੀ ਸਥਾਪਨਾ ਕਿਸ ਦੇ ਸਮੇਂ ਹੋਈ ਸੀ? ਅਸ਼ੋਕ, ਬਿੰਦੂਸਾਰ, ਕਨਿਸ਼ਕ, ਚੰਦਰਗੁਪਤ ਮੌਰੀਆ। ਮਹਾਯਾਨ ਸ਼ਾਖਾ ਦੀ ਸਥਾਪਨਾ ਜੋ ਹੋਈ ਸੀ ਉਹ ਹੋਈ ਸੀ ਕਨਿਸ਼ਕ ਦੇ ਸਮੇਂ। ਬੋਧੀ ਮੰਤਵ ਅਨੁਸਾਰ ਵਿਚਾਰ ਨਾਲ ਜੁੜੇ ਹੋਏ ਸੰਪਰਦਾਇ ਦਾ ਨਾਮ ਮਹਾਯਾਨ ਸੀ। ਪ੍ਰਸਿੱਧ ਬੋਧੀ ਨਾਗਾਰਜੁਨ ਦਾ ਸੰਬੰਧ ਵੀ ਮਹਾਯਾਨ ਦੇ ਨਾਲ ਸੀ। ਸੋ ਇਸ ਦੀ ਸਥਾਪਨਾ ਹੋਈ ਸੀ ਕਨਿਸ਼ਕ ਦੇ ਸਮੇਂ। ਕੰਨਵ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਵਾਸੂਦੇਵ, ਦੇਵਭੂਤੀ, ਕਨਿਸ਼ਕ, ਨਾਗਸੈਨ। ਸੋ ਰਾਈਟ ਆਨਸਰ ਕੀ ਹੈ ਜੀ ਆਪਣਾ? ਵਾਸੂਦੇਵ। ਕੰਨਵ ਵੰਸ਼ ਦੀ ਸਥਾਪਨਾ ਵਾਸੂਦੇਵ ਨੇ ਕੀਤੀ ਸੀ। 72 ਈਸਾ ਪੂਰਵ ਦੇ ਵਿੱਚ ਵਾਸੂਦੇਵ ਨੇ ਸੁੰਗ ਵੰਸ਼ ਦੇ ਆਖਰੀ ਸ਼ਾਸਕ ਦੇਵਭੂਤੀ ਨੂੰ ਮਾਰ ਕੇ ਕੰਨਵ ਵੰਸ਼ ਦੀ ਸਥਾਪਨਾ ਕੀਤੀ ਸੀ। ਕੰਨਵ ਵੰਸ਼ ਦੀ ਨੀਂਹ ਉਸਨੇ ਮਗਧ ਵਿੱਚ ਰੱਖੀ ਸੀ। ਯਾਦ ਰੱਖਿਓ ਜੀ, 72 ਈਸਵੀ ਪੂਰਵ ਦੇ ਵਿੱਚ ਮਗਧ ਦੇ ਵਿੱਚ ਰੱਖੀ ਸੀ। ਨਾਗਸੈਨ ਇੱਕ ਬੋਧੀ ਫਿਲਾਸਫਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤੀ ਕਦੋਂ ਹੋਈ? 1539, 1469, 1499, 1521। ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸੀ ਜੀ? 1499 ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੂੰ 30 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਲੋਧੀ ਵਿਖੇ ਗਿਆਨ ਦੀ ਪ੍ਰਾਪਤੀ ਹੋਈ ਸੀ, ਬੇਈ ਨਦੀ ਦੇ ਕਿਨਾਰੇ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਉਚਾਰੇ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿੱਚ 10 ਸਾਲ ਨੌਕਰੀ ਵੀ ਕੀਤੀ ਸੀ। ਚੰਦੇਰੀ ਦੀ ਲੜਾਈ ਕਦੋਂ ਹੋਈ ਸੀ? 29 ਜਨਵਰੀ 1528, 17 ਮਾਰਚ 1527, 6 ਮਈ 1529, 14 ਫਰਵਰੀ 1483। ਸੋ ਚੰਦੇਰੀ ਦੀ ਲੜਾਈ ਹੋਈ ਸੀ 29 ਫਰਵਰੀ 1528 ਦੇ ਵਿੱਚ। ਇਹ ਲੜਾਈ ਮੇਦਨੀ ਰਾਓ ਤੇ ਬਾਬਰ ਦੇ ਵਿਚਕਾਰ ਹੋਈ ਸੀ।
ਇਸ ਲੜਾਈ ਵਿੱਚ ਮੇਦਨੀ ਰਾਓ ਦੇ ਲਗਭਗ 5000 ਰਾਜਪੂਤ ਸੈਨਿਕ ਮਾਰੇ ਗਏ ਸੀ। ਯਾਦ ਰੱਖਿਓ ਜੀ, ਚੰਦੇਰੀ ਦੀ ਲੜਾਈ ਮੇਦਨੀ ਰਾਓ ਤੇ ਬਾਬਰ ਦੇ ਵਿਚਕਾਰ ਹੋਈ ਸੀ। ਇਸ ਦੇ ਵਿੱਚ ਬਾਬਰ ਦੀ ਜਿੱਤ ਹੋਈ ਸੀ। ਕਲਿੰਜਰ ਦੀ ਲੜਾਈ 'ਚ ਬਾਰੂਦ ਦਾ ਗੋਲਾ ਫਟਣ ਕਰਕੇ ਕਿਸ ਦੀ ਮੌਤ ਹੋਈ ਸੀ? ਮੇਦਨੀ ਰਾਓ, ਸ਼ੇਰਸ਼ਾਹ ਸੂਰੀ, ਰਾਣਾ ਸਾਂਗਾ, ਕੀਰਤ ਸਿੰਘ। ਸੋ ਰਾਈਟ ਹੈ ਜੀ ਸ਼ੇਰਸ਼ਾਹ ਸੂਰੀ। ਕਲਿੰਜਰ ਦੀ ਲੜਾਈ ਦੇ ਵਿੱਚ ਗੋਲਾ ਬਾਰੂਦ ਫਟਣ ਦੇ ਕਾਰਨ ਸ਼ੇਰਸ਼ਾਹ ਸੂਰੀ ਦੀ ਮੌਤ ਹੋਈ ਸੀ। ਕਲਿੰਜਰ ਦਾ ਸੈਨਿਕ ਪੱਖ ਤੋਂ ਬੜਾ ਮਹੱਤਵਪੂਰਨ ਸਥਾਨ ਸੀ। ਇੱਥੇ ਕੀਰਤ ਸਿੰਘ ਦਾ ਰਾਜ ਸੀ। ਸ਼ੇਰਸ਼ਾਹ ਸੂਰੀ ਨੇ ਇਸ ਕਿਲੇ 'ਤੇ ਹਮਲਾ 1544 ਦੇ ਵਿੱਚ ਕੀਤਾ ਤੇ ਇਹ ਘੇਰਾ 6 ਮਹੀਨੇ ਤੱਕ ਰਿਹਾ, ਪਰੰਤੂ ਰਾਜਪੂਤਾਂ ਨੇ ਆਪਣੀ ਹਾਰ ਨਹੀਂ ਮੰਨੀ ਸੀ। ਇਸ ਦੇ ਵਿੱਚ ਸ਼ੇਰਸ਼ਾਹ ਸੂਰੀ ਦੀ ਹਾਰ ਹੋਈ ਸੀ। ਅਕਬਰ ਨੇ ਜਜ਼ੀਆ ਕਰ ਉੱਪਰ ਰੋਕ ਕਦੋਂ ਲਗਾ ਦਿੱਤੀ ਸੀ? ਕਦੋਂ ਲਗਾਈ ਸੀ ਜੀ? 1564, 1579, 1563। ਅਕਬਰ ਨੇ ਜਜ਼ੀਆ ਕਰ 'ਤੇ ਰੋਕ ਕਦੋਂ ਲਗਾਈ ਸੀ ਜੀ? 1564 ਦੇ ਵਿੱਚ। ਅਕਬਰ ਮੁਗਲ ਕਾਲ ਦਾ, ਮੁਗਲ ਵੰਸ਼ ਦਾ ਤੀਸਰਾ ਮਹਾਨ ਰਾਜਾ ਹੋਇਆ। ਸੋ ਉਸ ਨੇ 1564 ਦੇ ਵਿੱਚ ਜਜ਼ੀਆ ਕਰ ਰੋਕ ਲਗਾ ਦਿੱਤੀ ਸੀ। 1563 ਦੇ ਵਿੱਚ ਤੀਰਥ ਯਾਤਰਾ ਖਤਮ ਕਰ ਦਿੱਤੀ ਸੀ। ਤੀਰਥ ਯਾਤਰਾ 'ਤੇ ਕਰ ਜੋ ਟੈਕਸ ਸੀ ਉਹ ਖਤਮ ਕਰ ਦਿੱਤਾ ਸੀ। ਅਤੇ ਅਕਬਰ ਨੇ 1579 ਦੇ ਵਿੱਚ ਘੋਸ਼ਣਾ ਪੱਤਰ ਜਾਰੀ ਕਰਕੇ ਉਲਮਾ ਦੇ ਪ੍ਰਭਾਵ ਨੂੰ ਵੀ ਘੱਟ ਕਰ ਦਿੱਤਾ ਸੀ। ਪਾਣੀਪਤ ਦੀ ਤੀਜੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਸੀ? ਯਾਦ ਰੱਖਿਓ ਜੀ, ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਨੇ। 1526 ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ, 1556 ਅਕਬਰ ਤੇ ਹੇਮੂ ਵਿਚਕਾਰ, 1761 ਦੇ ਵਿੱਚ ਹੋਈ ਸੀ ਜੋ 14 ਜਨਵਰੀ 1761 ਦੇ ਵਿਚਕਾਰ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ। ਸੋ ਇਸ ਦੇ ਵਿੱਚ ਹਾਰ ਕਿਸ ਦੀ ਹੋਈ ਸੀ? ਮਰਾਠਿਆਂ ਦੀ ਹਾਰ ਹੋਈ ਸੀ, ਅਬਦਾਲੀ ਦੀ ਜਿੱਤ ਹੋਈ ਸੀ। ਬੰਦਾ ਸਿੰਘ ਬਹਾਦਰ ਨੂੰ ਫੜਨ 'ਚ ਕੌਣ ਸਫਲ ਰਿਹਾ ਸੀ? ਅਬਦੁਲ ਸਮਦ ਖਾਂ, ਯਾਹਿਆ ਖਾਂ, ਜ਼ਕਰੀਆ ਖਾਂ, ਮੀਰ ਮੰਨੂ। ਸੋ ਰਾਈਟ ਹੈ ਜੀ ਅਬਦੁਲ ਸਮਦ ਖਾਂ। ਅਬਦੁਲ ਸਮਦ ਖਾਂ ਬੰਦਾ ਸਿੰਘ ਬਹਾਦਰ ਨੂੰ ਫੜਨ ਦੇ ਵਿੱਚ ਸਫਲ ਰਿਹਾ ਸੀ, ਜਿਸ ਕਰਕੇ ਮੁਗਲ ਬਾਦਸ਼ਾਹ ਫਰੁਖਸ਼ੀਰ ਨੇ 1716 ਈਸਵੀ ਦੇ ਵਿੱਚ ਅਬਦੁਲ ਸਮਦ ਖਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਬਦੁਲ ਸਮਦ ਖਾਂ ਨੂੰ ਰਾਜ ਦੀ ਤਲਵਾਰ ਦਾ ਖਿਤਾਬ ਵੀ ਦਿੱਤਾ ਗਿਆ ਸੀ। ਛੋਟਾ ਘੱਲੂਘਾਰਾ ਕਦੋਂ ਹੋਇਆ? 2 ਘੱਲੂਘਾਰੇ ਹੋਏ ਹੈ ਜੀ, ਛੋਟਾ ਤੇ ਵੱਡਾ। ਛੋਟਾ ਘੱਲੂਘਾਰਾ ਕਦੋਂ ਹੋਇਆ? 5 ਮਈ 1745, ਜੂਨ 1761, ਮਈ 1746, ਫਰਵਰੀ 1762। ਸੋ ਕਦੋਂ ਹੋਇਆ ਸੀਗਾ ਜੀ ਛੋਟਾ ਘੱਲੂਘਾਰਾ? ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਜੰਗਲਾਂ 'ਚ ਹੋਇਆ ਸੀ। ਸੋ ਇਹ ਹੋਇਆ ਸੀ ਮਈ 1746 ਦੇ ਵਿੱਚ। ਜੋ ਵੱਡਾ ਘੱਲੂਘਾਰਾ ਉਹ ਹੋਇਆ ਸੀ ਫਰਵਰੀ 1762 ਦੇ ਵਿੱਚ। ਮਾਸਟਰ ਕਾਰਡ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ ਇਸ ਵਾਰ। ਵੱਡਾ ਘੱਲੂਘਾਰਾ ਕਦੋਂ ਹੋਇਆ ਸੀ? ਫਰਵਰੀ 1762। ਛੋਟਾ ਹੋਇਆ ਸੀ ਮਈ 1746 ਦੇ ਵਿੱਚ। ਕਿੱਥੇ ਹੋਇਆ ਸੀ ਜੀ? ਕਾਹਨੂੰਵਾਨ ਦੇ ਜੰਗਲਾਂ ਦੇ ਵਿੱਚ। ਵੱਡਾ ਘੱਲੂਘਾਰਾ ਕਿੱਥੇ ਹੋਇਆ ਸੀ? ਕੁੱਪਾ ਵਿਖੇ। 1745 'ਚ ਜ਼ਕਰੀਆ ਖਾਂ ਦਾ ਪੁੱਤਰ ਯਾਹਿਆ ਖਾਂ ਪੰਜਾਬ ਦਾ ਸੂਬੇਦਾਰ ਬਣਿਆ ਸੀ। ਜੈਨੀ ਸਾਹਿਤ ਨੂੰ ਕੀ ਕਿਹਾ ਜਾਂਦਾ ਹੈ? ਅਗਮ ਸਾਹਿਤ, ਅਚਰਾਗ ਸੂਤਰ, ਬੁੱਧ ਸਾਹਿਤ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਕੀ ਕਿਹਾ ਜਾਂਦਾ ਜੀ? ਆਗਮ ਸਾਹਿਤ। ਰਾਈਟ ਹੈ ਜੀ ਆਗਮ ਸਾਹਿਤ। ਅਚਰਗ ਸੂਤਰ ਨਿਯਮਾਂ ਦੀ ਪੁਸਤਕ ਸੀ, ਜਿਸ ਵਿੱਚ ਭਗਵਾਨ ਮਹਾਵੀਰ ਦੇ 12 ਸਾਲਾਂ ਦੇ ਤਪ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੋ ਅਗਮ ਸਾਹਿਤ ਕਿਹਾ ਜਾਂਦਾ ਜੈਨੀ ਸਾਹਿਤ ਨੂੰ। ਨੈਕਸਟ ਕਰਾਂਗੇ ਜੀ, ਮਹਾਤਮਾ ਬੁੱਧ ਦੇ ਘਰ ਤਿਆਗ ਸਮੇਂ ਕਿਹੜਾ ਚਿੰਨ੍ਹ ਸਾਹਮਣੇ ਆਇਆ? ਕਮਲ ਦਾ ਫੁੱਲ, ਵੈਲ, ਹਾਥੀ, ਘੋੜਾ। ਸੋ ਰਾਈਟ ਹੈ ਜੀ ਘੋੜਾ। ਕਮਲ ਦਾ ਫੁੱਲ ਸਿੰਬਲ ਮਹਾਤਮਾ ਬੁੱਧ ਦੇ ਜਨਮ ਸਮੇਂ ਸੀ। ਘਰ ਛੱਡਣ ਸਮੇਂ ਮਹਾਤਮਾ ਬੁੱਧ ਨੇ 4 ਦ੍ਰਿਸ਼ ਵੀ ਵੇਖੇ ਸੀ। ਬਜ਼ੁਰਗ ਆਦਮੀ,
ਇੱਕ ਬਿਮਾਰ ਆਦਮੀ, ਮ੍ਰਿਤਕ ਦੇਹ ਤੇ ਸਾਧੂ। ਅੱਗੇ ਨੈਕਸਟ ਕਰਾਂਗੇ ਜੀ, ਗ੍ਰੀਕ ਕਿਤਾਬਾਂ ਵਿੱਚ ਬਿੰਦੂਸਾਰ ਨੂੰ ਕੀ ਕਿਹਾ ਗਿਆ? ਅਮਿਤ੍ਰੋਚੇਟ, ਬਿੰਦੂਪਾਲਾ, ਸਿਨਾਸੈਨਾ, ਪਾਦਰਸਾਰਾ। ਸੋ ਰਾਈਟ ਆ ਜੀ ਅਮਿਤ੍ਰੋਚੇਟ। ਇਸਨੇ 298 ਈਸਾ ਪੂਰਵ ਤੋਂ 273 ਈਸਾ ਪੂਰਵ ਤੱਕ ਰਾਜ ਕੀਤਾ ਸੀ ਬਿੰਦੂਸਾਰ ਨੇ। ਚੀਨੀ ਕਿਤਾਬਾਂ 'ਚ ਬਿੰਦੂਸਾਰ ਨੂੰ ਬਿੰਦੂਪਾਲਾ ਕਿਹਾ ਗਿਆ, ਜੈਨ ਸਾਹਿਤ 'ਚ ਸੈਨਾ ਕਿਹਾ ਗਿਆ, ਵਾਯੂ ਪੁਰਾਣ 'ਚ ਪਾਦਰਸਾਰਾ ਵੀ ਕਿਹਾ ਗਿਆ। ਸੋ ਨੈਕਸਟ ਕਰਾਂਗੇ ਜੀ, ਅਸ਼ੋਕ ਨੇ ਕਲਿੰਗ ਦੇ ਯੁੱਧ ਤੋਂ ਬਾਅਦ ਕਿਹੜੀ ਨੀਤੀ ਅਪਣਾਈ? ਦਿਗਵਿਜੇ, ਧਰਮ ਵਿਜੇ, ਤਮਗੋਸਾ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਹੈ ਜੀ ਧਰਮ ਵਿਜੇ। ਕਲਿੰਗ ਦੇ ਯੁੱਧ ਤੋਂ ਬਾਅਦ ਜੋ ਅਸ਼ੋਕ ਨੇ ਨੀਤੀ ਅਪਣਾਈ ਸੀ ਉਹ ਸੀ ਧਰਮ ਵਿਜੇ ਦੀ। ਅਸ਼ੋਕ ਕਲਿੰਗ ਯੁੱਧ ਤੋਂ ਦਿਗਵਿਜੇ ਦੀ ਨੀਤੀ ਨੂੰ ਮੰਨਦਾ ਸੀ। ਪਹਿਲਾਂ ਜੋ ਸੀ ਉਹ ਦਿਗਵਿਜੇ ਦੀ ਨੀਤੀ ਨੂੰ ਮੰਨਦਾ ਸੀ, ਪਰ ਕਤਲੋਕਾਤ ਹੋਣ ਤੋਂ ਬਾਅਦ ਉਸ ਦੇ ਮਨ ਨੂੰ ਠੇਸ ਪਹੁੰਚੀ ਸੀ ਅਤੇ ਉਸ ਨੇ ਧਰਮ ਵਿਜੇ ਦੀ ਨੀਤੀ ਅਪਣਾਈ ਸੀ। ਅਤੇ ਜੋ ਅਸ਼ੋਕ ਨੇ ਬੁੱਧ ਧਰਮ ਅਪਣਾਇਆ ਸੀ ਉਹ ਵੀ ਕਲਿੰਗ ਦੇ ਯੁੱਧ ਤੋਂ ਬਾਅਦ ਹੀ ਅਪਣਾਇਆ ਸੀ। ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਅਤੇ ਕਿਸ ਵਿਚਕਾਰ ਹੋਈ? ਮਾਈ ਸੁੱਖਾਂ, ਗੁਲਾਬ ਸਿੰਘ, ਅੰਗਰੇਜ਼ਾਂ ਵਿਚਕਾਰ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਹੈ ਜੀ ਅੰਗਰੇਜ਼ਾਂ ਵਿਚਕਾਰ। ਅੰਮ੍ਰਿਤਸਰ ਦੀ ਸੰਧੀ 25 ਅਪ੍ਰੈਲ 1809 ਨੂੰ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼, ਜਿਸ ਵਿੱਚ ਸਤਲੁਜ ਦਰਿਆ ਨੂੰ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ ਸੀ। ਨੈਕਸਟ ਕਰਾਂਗੇ ਜੀ, ਮੌਰੀਆ ਕਾਲ 'ਚ ਈਰਾਨੀਆਂ ਹਿਰਨਿਆ ਟੈਕਸ ਕਿਸ ਉੱਪਰ ਲਗਾਇਆ ਜਾਂਦਾ ਸੀ? ਵਪਾਰੀਆਂ ਉੱਪਰ, ਸ਼ੂਦਰਾਂ ਉੱਪਰ, ਕਿਸਾਨਾਂ ਉੱਪਰ। ਸੋ ਰਾਈਟ ਹੈ ਜੀ ਕਿਸਾਨਾਂ ਦੇ ਉੱਪਰ ਹਿਰਨਿਆ ਟੈਕਸ ਲਗਾਇਆ ਜਾਂਦਾ ਸੀ। ਚਾਰਗਾ ਭੂਮੀ 'ਤੇ ਬਿਪਤਾ ਟੈਕਸ ਲੱਗਦਾ ਸੀ। ਮੌਰੀਆ ਕਾਲ 'ਚ ਸ਼ੂਦਰਾਂ ਨੂੰ ਖੇਤੀ ਕਰਨ ਦਾ ਅਧਿਕਾਰ ਮਿਲ ਗਿਆ ਸੀ ਅਤੇ ਮੌਰੀਆ ਕਾਲ 'ਚ ਜੋ ਕਿਸਾਨਾਂ 'ਤੇ ਟੈਕਸ ਸੀ ਉਹ ਸੀ ਹਿਰਨਿਆ ਟੈਕਸ। ਅਸ਼ੋਕ ਦੇ 2 ਪਿਲਰ ਮੇਰਠ ਤੇ ਤੁਪਾਰਾ ਦਿੱਲੀ ਕੌਣ ਲੈ ਕੇ ਆਇਆ? ਫਿਰੋਜ਼ ਸ਼ਾਹ ਤੁਗਲਕ, ਜਹਾਂਗੀਰ, ਅਕਬਰ, ਹਿਮਾਯੂ। ਕੌਣ ਲੈ ਕੇ ਆਇਆ ਸੀਗਾ ਜੀ? ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਅਸ਼ੋਕ ਦੇ 2 ਪਿਲਰ ਮੇਰਠ ਤੇ ਤੁਪਾਰਾ ਦਿੱਲੀ ਲੈ ਕੇ ਆਇਆ ਸੀ। ਕੁਈਨ ਸ਼ਿਲਾਲੇਖ ਜਿਹੜਾ ਰਾਣੀ ਕੂਕਵੱਕੀ ਨਾਲ ਸੰਬੰਧਿਤ ਸੀ। ਸਮੁੰਦਰ ਗੁਪਤ ਨੇ ਇਸ ਨੂੰ ਪ੍ਰਯਾਗ ਪ੍ਰਾਸਤੀ ਬਣਾਇਆ, ਜਿਸ ਨੂੰ ਬਾਅਦ 'ਚ ਜਹਾਂਗੀਰ ਇਲਾਹਾਬਾਦ ਲੈ ਕੇ ਗਿਆ ਸੀ। ਸੋ ਲਾਸਟ ਹੈ ਜੋ ਕਰਾਂਗੇ ਆਪਾਂ, ਮਨੀਏਡਰ ਦੀ ਰਾਜਧਾਨੀ ਕਿਹੜੀ ਹੈ? ਅਫਗਾਨਿਸਤਾਨ, ਪਾਟਲੀਪੁੱਤਰ, ਸਿਆਲਕੋਟ, ਤੌਸਾਲੀ। ਸੋ ਰਾਈਟ ਹੈ ਜੀ ਸਿਆਲਕੋਟ। ਇਸ ਦਾ ਸਮਾਂ ਸੀ 165 ਈਸਾ ਪੂਰਵ ਤੋਂ 145 ਈਸਾ ਪੂਰਵ। ਮਨੀਏਡਰ ਨੂੰ ਮਲਿੰਦਾ ਵੀ ਕਿਹਾ ਜਾਂਦਾ ਹੈ। ਇਸ ਨੇ ਨਾਗ ਸੈਨਾ ਤੋਂ ਬੁੱਧ ਧਰਮ ਅਪਣਾਇਆ ਸੀ। ਸੋ ਇਹ ਸੀ ਅੱਜ ਦੀ ਵੀਡੀਓ ਦੇ 30 ਮਹੱਤਵਪੂਰਨ ਪ੍ਰਸ਼ਨ। ਉਮੀਦ ਹੈ ਆਪ ਸਭ ਨੇ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਵੇਖਿਆ ਹੋਵੇਗਾ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਹਰ ਰੋਜ਼ ਵੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੇ ਰਹਿਣਾ। ਜੇਕਰ ਕੋਈ ਵੀ ਸਾਥੀ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 97 1500 8800। ਵੀਡੀਓ ਨੂੰ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਇਸ ਵੀਡੀਓ ਦਾ ਟੈਸਟ ਵੀ ਲਿਆ ਜਾਏਗਾ। ਸੋ ਜੇਕਰ ਕੋਈ ਵੀ ਸਾਥੀ ਇਸ ਵੀਡੀਓ ਦਾ ਟੈਸਟ ਲੈਣਾ ਚਾਹੁੰਦਾ ਹੈ ਜਾਂ PDF ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਵੀਡੀਓ ਦੇ ਨੀਚੇ ਕਮੈਂਟ ਵੀ ਕਰ ਸਕਦੇ ਹੋ ਜਾਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ 97 1500 8800। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।